ਉਹ ਅੰਦਰ ਆਇਆ, ਉਹ ਦੂਸਰਾ ਦਰਵਾਜ਼ਾ ਖੋਲ ਕੇ ਮੈਂ ਦੂਜੇ ਦਰਵਾਜ਼ੇ ਨੂੰ ਉਹਨੂੰ ਫੜ ਲਿਆ ਔਰ ਉਹ ਕਹਿ ਰਿਹਾ ਮੈਡਮ ਮੈਂ 2 ਸਾਲ ਤੋਂ ਕਿਸੇ ਲੇਡੀ ਨੂੰ ਮੈਂ ਹੱਥ ਨਹੀਂ ਲਗਾਇਆ, ਮੈਨੂੰ ਲੇਡੀ ਚਾਹੀਦੀ ਹੈ। ਐਂਡ ਹੀ ਵਾਸ ਕਨਸਟੈਂਟਲੀ ਰਿਪੀਟਿੰਗ ਥੀਸ ਵਰਡਸ। ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਕਿ ਮੈਂ ਡਿਪਟੀ ਕਮਾਂਡੈਂਟ ਮੇਜਰ ਰੈਂਕ ਦੇ ਬਰਾਬਰ ਹਾਂ ਤੇ ਇੱਕ ਕਾਂਸਟੇਬਲ ਹੱਥ ਪਾ ਦਿੰਦਾ ਆ ਤੇ ਜਿੱਥੇ ਸਿਚੁਏਸ਼ਨ ਪੁੱਠੀ ਹੋਵੇ। ਮੈਂ ਤੁਹਾਨੂੰ ਸ਼ਾਰਟ 'ਚ ਇੰਨਾ ਹੀ ਦੱਸਣਾ ਚਾਹੂੰਗੀ ਕਿ ਲੇਡੀਜ਼ ਇੱਥੇ ਐਂਟਰਟੇਨਮੈਂਟ ਲਈ ਭਰਤੀ ਕੀਤੀਆਂ ਜਾਂਦੀਆਂ ਹੈ। ਮੇਰੀ ਦਰਖਾਸਤ ਸਰਕਾਰ ਨੂੰ ਇਹ ਆ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਅਸੀਂ ਇਹਨੇ ਮਾਣ ਨਾ ਕਰਦਿਆਂ ਨੇ ਉਹਨਾਂ ਨੂੰ ਉੱਥੇ ਭੇਜਿਆ ਹੋਇਆ ਹੈ, ਇੱਕ ਡਿਸਕਰੀਟ ਇਨਕੁਆਇਰੀ ਕਰਾਉਣ ਤੇ ਉਹਨਾਂ ਦੀ ਹਾਲਤ ਉੱਥੇ ਦੇਖਣ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਡਿਪਟੀ ਕਮਾਂਡਰ ਕਰੁਣਾਜੀਤ ਕੌਰ, ਜਿਨ੍ਹਾਂ ਨੇ ਜਿਹੜਾ ਹੈਗਾ ਇੰਡੀਅਨ ਪੈਰਾਮਿਲਟਰੀ ਫੋਰਸ ਹੈ ਉਹ ਤੋਂ ਜਿਹੜਾ ਹੈਗਾ ਰਿਜ਼ਾਈਨ ਦਿੱਤਾ। ਕਿਉਂ ਰਿਜ਼ਾਈਨ ਦਿੱਤਾ ਹੈਗਾ ਆਪਾਂ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ। ਮੈਡਮ ਇਹ ਦੱਸੋ ਪੈਰਾਮਿਲਟਰੀ ਫੋਰਸ ਤੋਂ ਤੁਸੀਂ ਰਿਜ਼ਾਈਨ ਕਿਉਂ ਦਿੱਤਾ, ਕੀ ਕਾਰਨ ਹੈ ਤੁਹਾਡਾ ਰਿਜ਼ਾਈਨ ਦੇਣ ਦਾ? ਹਾਂਜੀ, ਮੈਂ ਇੰਡੋ ਤਿੱਬਤਨ ਬਾਰਡਰ ਪੁਲਿਸ ਫੋਰਸ 'ਚ ਐਜ਼ ਡਿਪਟੀ ਕਮਾਂਡੈਂਟ ਕੰਮ ਕਰ ਰਹੀ ਸੀ ਔਰ ਮੈਂ ਉੱਥੋਂ ਰਿਜ਼ਾਈਨ ਦਿੱਤਾ ਹੈ। ਮੈਨੂੰ ਇਹਨਾਂ ਨੇ ਬਾਰਡਰ ਤੇ ਭੇਜਿਆ ਸੀ। ਇੱਕ ਮੇਰੇ ਨਾਲ ਹੋਰ ਲੇਡੀ ਆਫੀਸਰ ਸੀ, ਉਹ ਬਾਰਡਰ ਤੇ ਹੋਰ ਕੋਈ ਵੀ ਲੇਡੀਜ਼ ਨਹੀਂ ਸੀਗੀਆਂ। ਅਸੀਂ ਜਦ ਗਏ ਇਹਨਾਂ ਨੂੰ ਕਿਹਾ ਵੀ ਹੈ ਸਾਡੇ ਨਾਲ 2 ਲੇਡੀ ਕਾਂਸਟੇਬਲਸ ਭੇਜ ਦਿਓ, ਪਰ ਇਹਨਾਂ ਨੇ ਕਿਹਾ ਉਹਨਾਂ ਲਈ ਕੋਈ ਫੈਸਿਲਿਟੀਜ਼ ਨਹੀਂ ਆ ਉੱਥੇ। ਵੀ ਵਰ ਸੈਂਟ ਅੱਧੀ ਰਾਤ ਨੂੰ ਇੱਕ ਕਾਂਸਟੇਬਲ ਹੀ ਇੰਟਰੂਡਡ ਇਨਟੂ ਆਰ ਰੂਮ ਔਰ ਉਹਨੇ ਉਹ ਪਹਿਲਾ ਦਰਵਾਜ਼ਾ ਖੋਲ ਕੇ ਅੰਦਰ ਆਇਆ। ਉਹਨੂੰ ਕੁੰਡੀ ਨਹੀਂ ਸੀ, ਦਰਵਾਜ਼ੇ ਨੂੰ ਕੁੰਡੀ ਸੀਗੀ ਪਰ ਇਟ ਵਾਸ ਨਾਟ ਇਨ ਵਰਕਿੰਗ ਪੋਜੀਸ਼ਨ। ਉਹ ਅੰਦਰ ਆਇਆ, ਉਹ ਦੂਸਰਾ ਦਰਵਾਜ਼ਾ ਖੋਲ ਕੇ ਮੈਂ ਦੂਜੇ ਦਰਵਾਜ਼ੇ ਨੂੰ ਉਹਨੂੰ ਫੜ ਲਿਆ ਔਰ ਉਹ ਕਹਿ ਰਿਹਾ ਮੈਡਮ ਮੈਂ 2 ਸਾਲ ਤੋਂ ਕਿਸੇ ਲੇਡੀ ਨੂੰ ਮੈਂ ਹੱਥ ਨਹੀਂ ਲਗਾਇਆ, ਮੈਨੂੰ ਲੇਡੀ ਚਾਹੀਦੀ ਹੈ। ਐਂਡ ਹੀ ਵਾਸ ਕਨਸਟੈਂਟਲੀ ਰਿਪੀਟਿੰਗ ਥੀਸ ਵਰਡਸ। ਇਹਨੇ ਨੂੰ ਮੈਂ ਫੋਨ ਕੀਤਾ ਔਰ ਉੱਥੇ ਬਾਕੀ ਦੇ ਬੰਦੇ ਬਾਹਰ ਆਏ ਆ। ਜਦੋਂ ਬਾਕੀ ਦੇ ਬੰਦੇ ਬਾਹਰ ਆਏ ਦੇ ਵਰ ਵੈਰੀ ਕੋਲਡ। ਉੱਥੇ ਆਫੀਸਰ ਇੰਚਾਰਜ ਸੀਗੇ ਜਿਹੜੇ ਪੋਸਟ ਕਮਾਂਡਰ ਦੇ। ਮੈਂ ਉਹਨਾਂ ਨੂੰ ਦੱਸਿਆ ਕਿ ਇਹ ਬੰਦਾ ਇਦਾਂ ਅੰਦਰ ਆਇਆ ਔਰ ਸਾਨੂੰ ਇਹ ਕਹਿ ਰਿਹਾ ਹੈ ਔਰ ਉਹਨਾਂ ਨੇ ਉਹਨੂੰ ਪੁੱਠਾ ਕਹਿਣਾ ਸ਼ੁਰੂ ਕਰਤਾ ਕਾਂਸਟੇਬਲ ਨੂੰ ਕਿ ਤੂੰ ਡਾਕਟਰ ਤੋਂ ਦਵਾਈ ਲੈਣੀ ਸੀ ਜਾਂ ਤੈਨੂੰ ਕੋਈ ਕੰਮ ਸੀ ਤਾਂ ਤੂੰ ਸਾਡੇ ਕੋਲ ਆਂਦਾ, ਇੱਥੇ ਕੀ ਕਰਨ ਗਿਆ ਸੀਗਾ। ਔਰ ਫਿਰ ਉਹਨੂੰ ਕਹਿੰਦੇ ਤੂੰ ਜਾ ਕੇ ਸੌਂ ਜਾ ਉੱਥੇ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਇਹ ਸੌਏਗਾ ਨਹੀਂ, ਇਹਨੂੰ ਤੁਸੀਂ ਅੰਦਰ ਬੰਦ ਕਰੋ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹੁਣੀ ਡੀਜੀ ਸਾਹਿਬ ਨਾਲ ਗੱਲ ਕਰਨੀ ਹੈ, ਮੈਨੂੰ ਫੋਨ ਦਿਓ। ਉਹਨਾਂ ਨੇ ਮੈਨੂੰ ਕਿਹਾ ਕਿ ਫੋਨ ਕੰਮ ਨਹੀਂ ਕਰ ਰਿਹਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਵਾਇਰਲੈਸ ਟੈਲੀਕਮਿਊਨੀਕੇਸ਼ਨ ਦਿਓ, ਉਹਨਾਂ ਨੇ ਕਿਹਾ ਵਾਇਰਲੈਸ ਟੈਲੀਕਮਿਊਨੀਕੇਸ਼ਨ ਕੰਮ ਨਹੀਂ ਕਰ ਰਹੀ। ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਸਾਡੀ ਜਿਹੜੀ ਸੈਕਚੁਅਲ ਸਾਡੇ ਤੇ ਅਸੌਲਟ ਹੋਇਆ ਇਹਨੂੰ ਤਾਂ ਛੱਡ ਦਿਓ। ਦਿਸ ਇਜ਼ ਸੱਚ ਐਨ ਐਕਟਿਵ ਆਪਰੇਸ਼ਨਲ ਬਾਰਡਰ ਹੈਗਾ ਆ। ਤੁਸੀਂ ਫਾਰਵਰਡ ਏਰੀਆਜ਼ ਦਾ ਇਹ ਟੈਕਟੀਕਲ ਹੈੱਡਕੁਆਟਰ ਹੈਗਾ। ਤੁਹਾਡੇ ਕੋਲ ਜੇ ਆਪਰੇਸ਼ਨਲ ਪ੍ਰੋਬਲਮ ਹੋ ਜਾਵੇ, ਜਗ੍ਹਾ ਬਾਰਡਰ ਤੋਂ ਮੇਰੇ ਖਿਆਲ ਕੋਈ 35-40 ਕਿਲੋਮੀਟਰ ਹੀ ਹੋਏਗੀ ਅਬਾਊਟ। ਉੱਥੋਂ ਕੋਈ ਆਪਰੇਸ਼ਨਲ ਪ੍ਰੋਬਲਮ ਹੋ ਜਾਵੇ ਤਾਂ ਯੂ ਹੈਵ ਨਥਿੰਗ ਟੂ ਟੈਲ ਟੂ ਯਰ ਅਥਾਰਟੀਜ਼ ਇਨ ਦੀ ਰੀਅਰ। ਫਿਰ ਇਹਨਾਂ ਨੂੰ ਉਹ 'ਚ 2-4 ਜਵਾਨ ਚੰਗੇ ਸੀ, ਉਹਨਾਂ ਨੇ ਮੈਨੂੰ ਕਿਹਾ ਮੈਡਮ ਇੱਥੇ ਇੰਡੀਅਨ ਆਰਮੀ ਦੀ ਐਕਸਰਸਾਈਜ਼ ਹੋ ਰਹੀ ਹੈ, ਉਹਨਾਂ ਦੀ ਸਿਗਨਲ ਯੂਨਿਟ ਹੈ, ਲੈਟਸ ਗੋ ਦੇਅਰ, ਉਹ ਸਾਨੂੰ ਫੋਨ ਦਊਗੇ। ਫਿਰ ਮੈਂ ਇਹਨਾਂ ਨੂੰ ਕਿਹਾ ਚਲੋ ਮੈਨੂੰ ਡਾਇਰੈਕਟਰੀ ਦਿਓ ਆਪਣੀ ITBP ਦੀ। ਇਹ ਕਹਿੰਦੇ ਸਾਡੇ ਕੋਲ ਕਿਸੇ ਦਾ ਫੋਨ ਨੰਬਰ ਹੈ ਨਹੀਂ, ਨਾ ਸਿਵਲ ਐਡਮਿਨਿਸਟ੍ਰੇਸ਼ਨ ਦਾ ਆ ਨਾ ਸਾਡੇ ਕੋਲ ਆਪਣੇ ITBP ਦਾ ਆ। ਫਿਰ ਕਦੋਂ ਦੀ ਗੱਲ ਹੈ ਜੀ ਇਹ ਹੈਗੀ ਹੈ ਜੀ 9 ਜੂਨ ਤੇ 10 ਜੂਨ 2019 ਦੀ ਰਾਤ ਦੀ ਗੱਲ ਹੈ। ਹਾਂਜੀ ਹਾਂਜੀ। ਜਿਹੜੀ ਤੁਸੀਂ ਇਹ ਕੰਪਲੇਂਟ ਆਪਣੇ ਸੀਨੀਅਰ ਅਧਿਕਾਰੀ ਨੂੰ ਦਿੱਤੀ, ਹੁਣ ਤੱਕ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ? ਕੋਈ ਕਾਰਵਾਈ ਨਹੀਂ ਹੋਈ, ਕੋਈ ਉਹਨਾਂ ਨੇ ਉਹਦੀ ਕੋਗਨਾਈਜ਼ੈਂਸ ਨਹੀਂ ਲਈ। ਜਿਹੜੀ ਮੈਂ ਸਭ ਤੋਂ ਪਹਿਲੀ ਕੰਪਲੇਂਟ ਪਾਈ ਸੀ, FIR ਵੀ ਮੈਂ ਆਪ ਲੌਂਚ ਕਰਾਈ ਸੀ। ਮੌਕਾ ਵਾਰਦਾਤ ਤੇ ਜਦ ਅਸੀਂ ਪੁਲਿਸ ਦੇ ਨਾਲ ਪਹੁੰਚੇ ਆ ਤੇ ਉੱਥੇ ਜਾ ਕੇ ਟੂ ਮਾਈ ਸਰਪ੍ਰਾਈਜ਼ ਆਈ ਫਾਊਂਡ ਕਿ ਉਹ ਜਿਹੜੀ ਕੁੰਡੀ ਪਹਿਲੇ ਕੰਮ ਨਹੀਂ ਕਰਦੀ ਸੀ ਉਹ ਕੰਮ ਕਰ ਰਹੀ ਸੀ। ਤੇ ਮੈਂ ਜਾਂਦੇ ਹੀ ਆਪਣੇ ਅਥਾਰਟੀਜ਼ ਨੂੰ ਇਹ ਲਿਖਿਆ ਸੀ ਕਿ ਉਹ ਜਿਹੜੇ CO ਸਾਹਿਬ ਆ ਉੱਥੇ ਐਵੀਡੈਂਸ ਟੈਂਪਰ ਕਰਾ ਰਿਹਾ। ਕਿਉਂਕਿ ਜਦ ਮੈਨੂੰ ਸਵੇਰੇ CO ਨੇ ਫੋਨ ਕੀਤਾ ਵੀ ਸੀ, ਮੈਂ ਰਾਤੀ ਉਹਨਾਂ ਨੂੰ ਜਦ CO ਨੂੰ ਆਰਮੀ ਵਾਲਿਆਂ ਦੇ ਸਿਗਨਲ ਯੂਨਿਟ ਤੋਂ ਫੋਨ ਕੀਤਾ ਤੇ CO ਹੀ ਵਾਸ ਡੈਡ ਡਰੰਕ। ਉਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਸੀ ਆ ਰਹੀ। ਥੋੜੀ ਬਹੁਤ ਜਦ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਸਵੇਰ ਨੂੰ ਗੱਲ ਕਰਾਂਗੇ। ਸਵੇਰੇ ਜਦ ਮੈਂ ਉਹਨਾਂ ਨੂੰ 7 ਵਜੇ ਜਾ ਕੇ 7 ਵਜੇ ਉਹਨਾਂ ਦਾ ਮੈਨੂੰ ਫੋਨ ਆਉਂਦਾ ਕਿਸੇ ਹੋਰ ਦੇ ਫੋਨ ਤੇ ਉਹਨਾਂ ਨੇ 2 ਗੱਲਾਂ ਹੀ ਮੈਨੂੰ ਕਹੀਆਂ ਕਿ ਇੱਕ ਤਾਂ ਇਹ DG ਕੋਲ ਗੱਲ ਕਿੱਦਾਂ ਪਹੁੰਚੀ ਹੈ ਤੇ ਦੂਜਾ ਤੂੰ ਕਿਸੇ ਨੂੰ ਦੱਸੇਂਗੀ ਨਹੀਂ ਕਿ ਉੱਥੇ ਕੁੰਡਾ ਕੰਮ ਨਹੀਂ ਸੀ ਕਰ ਰਿਹਾ। ਔਰ ਮੇਰਾ ਜਿਹੜਾ ਪ੍ਰਸ਼ਨ ਹੈ ਉਹ ਆਪਣੇ ਮੁਲਕ ਨੂੰ ਔਰ ਇਹਨਾਂ ਅਥਾਰਟੀਜ਼ ਨੂੰ ਸਿਰਫ ਇਹੀ ਆ, ਇੱਕ ਆਮ ਬੰਦਾ ਵੀ ਜਿਹੜਾ ਲੌਜੀਕਲ ਆ, ਕਾਮਨ ਸੈਂਸ ਵਾਲਾ ਸਮਝੇਗਾ। ਮੈਂ ਨਹੀਂ ਕਹਿੰਦੀ ਇਹ ਘਟਨਾ ਕਿਤੇ ਹੋਰ ਨਹੀਂ ਸੀ ਹੋ ਸਕਦੀ, ਮੇਰੇ ਘਰ 'ਚ ਨਹੀਂ ਆ, ਬਾਜ਼ਾਰ 'ਚ ਨਹੀਂ ਸੀ ਹੋ ਸਕਦੀ, ਚਲੋ ਹੋ ਗਈ ਮੰਨ ਲਿਆ। ਤੁਸੀਂ ਹੁਣ ਵੀ ਕੁਝ ਨਹੀਂ ਕੀਤਾ, ਚਲੋ ਇਹ ਵੀ ਮੰਨ ਲਿਆ, ਜਾਣ ਦਿੱਤਾ। ਪਰ ਜਦੋਂ ਰਾਤ ਦੇ 2 ਵਜੇ ਤੁਹਾਨੂੰ ਇਹ ਪਤਾ ਲੱਗ ਗਿਆ ਸੀ ਕਿ 2 ਲੇਡੀਜ਼ ਇਦਾਂ ਦੇ ਉੱਥੇ ਸਿਚੁਏਸ਼ਨ ਦੇ ਵਿੱਚ ਹੈਗੀਆਂ ਤੇ ਸਵੇਰੇ 7 ਵਜੇ ਤੱਕ ਤੁਹਾਨੂੰ ਨੀਂਦ ਕਿੱਦਾਂ ਆ ਗਈ? ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਮਾਵਾਂ ਜਾਂ ਕਿਸੇ ਮੈਂ ਕਹਿੰਦੀ ਕੋਈ ਦੁਸ਼ਮਣ ਦੀ ਵੀ ਧੀ ਹੋਵੇ, ਤੁਹਾਨੂੰ ਪਤਾ ਹੋਵੇ ਕਿ ਉਹ ਇਦਾਂ ਦੀ ਕਿਸੇ ਸਿਚੁਏਸ਼ਨ ਦੇ ਵਿੱਚ ਹੈ ਤੇ ਤੁਸੀਂ ਰਾਤ ਨੂੰ ਉੱਥੇ ਸੁੱਤੇ ਰਹੋ। ਔਰ ਤੁਸੀਂ ਇੰਨੇ ਸੀਨੀਅਰ ਅਧਿਕਾਰੀ ਹੋ, ਤੁਸੀਂ ਯੂ ਕੁਡ ਹੈਵ ਸੈਂਟ ਦੀ ਸਿਵਲ ਐਡਮਿਨਿਸਟ੍ਰੇਸ਼ਨ। ਤੁਸੀਂ ਤੁਹਾਡੀ ਉੱਥੋਂ ਇਸ ਮਲਾਰੀ ਤੋਂ ਜਿਹੜੀ ਜੋਸ਼ੀਮਠ ਬਠਾਲੀਅਨ ਹੈ, ਇਟ ਇਜ਼ ਹਾਰਡਲੀ ਐਨੀ ਡਿਸਟੈਂਸ, ਘੰਟਾ ਲੱਗਦਾ ਆ। ਇਹਨਾਂ ਕੋਲ ਟ੍ਰੇਨਡ ਡਰਾਈਵਰਸ ਹੈਗੇ ਜਿਹਨਾਂ ਨੂੰ ਮਾਊਂਟੇਨ ਡਰਾਈਵਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉੱਥੇ ਭੇਜਦੇ ਕਿ ਕੁੜੀਆਂ ਨੂੰ ਕੱਢ ਕੇ ਲੈ ਕੇ ਆਓ। ਨਥਿੰਗ ਆਫ ਦੀ ਸੌਰਟ ਵਾਜ਼ ਡਨ। ਅਸੀਂ ਪੂਰੀ ਰਾਤ ਮੈਂ ਤੇ ਡਾਕਟਰ ਰਜਾਈ ਲੈ ਕੇ ਬਲੇਰੋ ਗੱਡੀ ਦੇ ਵਿੱਚ ਸੜਕ ਦੇ ਕੰਢੇ ਤੇ ਖੜੇ ਰਹੇ ਕਿ ਇਹ ਜੇ ਦੂਜੀ ਵਾਰ ਆਊਗਾ ਤੇ ਬੰਦੂਕ ਲੈ ਕੇ ਆਊਗਾ, ਇਹ ਬਿਨਾਂ ਬੰਦੂਕ ਤੋਂ ਨਹੀਂ ਆਊਗਾ ਹੁਣ। ਔਰ ਉਦੋਂ ਤੱਕ ਇੰਨਾ ਵੀ ਪਤਾ ਲੱਗ ਗਿਆ ਸੀ ਕਿ ਇਹ ਦੇ ਆਰ ਆਲ ਸੋ ਕੋਲਡ, ਇਹਨਾਂ ਦਾ ਕੋਈ ਰਿਐਕਸ਼ਨ ਹੀ ਨਹੀਂ ਹੈ, ਇਹਨਾਂ ਦੀ ਮਿਲੀ ਭਗਤ ਲੱਗ ਰਹੀ ਹੈ। ਕਿੰਨੀ ਜਿਹੜੀਆਂ ਹੈਗੀਆਂ ਲੇਡੀਜ਼ ਕੰਮ ਕਰਦੀਆਂ ਤੇ ਕਿੰਨਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ਜਾਂ ਸੈਕਸੁਅਲ ਹਰਾਸਮੈਂਟ ਹੁੰਦੀ ਹੈਗੀ? ਇਹ ਮੇਰੀ ਇਹੀ ਸਰਕਾਰ ਤੋਂ ਦਰਖਾਸਤ ਹੈ, ਮੈਂ ਤੁਹਾਨੂੰ ਫੈਕਟਸ ਦੇ ਦਿੱਤੇ ਆ, ਇਹਦੇ ਉੱਤੇ ਇਨਕੁਆਇਰੀ ਕਰੋ, ਇਹ 'ਚੋਂ ਬਹੁਤ ਕੁਝ ਨਿਕਲ ਕੇ ਆਊਗਾ।
ਕਿਸ ਤਰ੍ਹਾਂ ਦਾ ਇਨਸਲਟ ਹੁੰਦੀ ਹੈ ਜਿੱਦਾਂ ਤੁਹਾਡਾ ਕੇਸ ਸਾਹਮਣੇ ਆਇਆ, ਤੁਹਾਨੂੰ ਕੀ ਲੱਗਦਾਗਾ ਆਈਡੀਆ ਕਿਸ ਤਰ੍ਹਾਂ ਦਾ ਇਹ ਹੁੰਦਾ ਹੈ? ਕਿਉਂਕਿ ਉਹ ਤੁਸੀਂ ਰਿਜ਼ਾਈਨ ਵੀ ਦਿੱਤਾ ਹੈਗਾ, ਹੁਣ ਤਾਂ ਤੁਸੀਂ ਦੱਸ ਸਕਦੇ ਹੋ ਕਿ ਲੇਡੀਜ਼ ਨਾਲ ਕਿਸ ਤਰ੍ਹਾਂ ਦੀ ਉਹ ਹੁੰਦੀ ਹੈ। ਮੈਂ ਤੁਹਾਨੂੰ ਸ਼ਾਰਟ 'ਚ ਇੰਨਾ ਹੀ ਦੱਸਣਾ ਚਾਹੂੰਗੀ ਕਿ ਲੇਡੀਜ਼ ਇੱਥੇ ਐਂਟਰਟੇਨਮੈਂਟ ਲਈ ਭਰਤੀ ਕੀਤੀਆਂ ਜਾਂਦੀਆਂ ਆ। ਸਾਡੀ ਮਹਾਰਾਜ ਵੱਲੋਂ ਤਕਦੀਰ ਚੰਗੀ ਆ, ਰੋਟੀ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਗਈ, ਕਿਤੇ ਵੀ ਕੁਰਸੀ ਡਾਲਾਂਗੇ ਆਪਣਾ ਖਾ ਲਾਂਗੇ, ਔਰ ਇੱਕ ਅੰਦਰ ਜਜ਼ਬਾ ਆ ਕਿ ਇਹ ਲੰਬੀ ਲੜਾਈ ਹੈ, ਲੜਨੀ ਆ। ਸਾਡੇ ਨਾਲ ਜੋ ਹੋ ਗਿਆ, ਸਾਡੀਆਂ ਧੀਆਂ ਆ, ਭੈਣਾਂ ਆ, ਕੱਲ ਨੂੰ ਆਉਣ ਵਾਲਾ ਟਾਈਮ ਠੀਕ ਕਰੀਏ। ਪਰ ਅੰਦਰ ਅੱਜ ਵੀ ਜਿਹੜੀਆਂ ਲੋਅਰ ਰੰਗਸ ਦੇ ਵਿੱਚ ਲੇਡੀਜ਼ ਹੈਗੀਆਂ ਆ, ਜਿਹਨਾਂ ਦੀਆਂ ਪਤਾ ਨਹੀਂ ਕੀ ਮਜਬੂਰੀਆਂ ਆ, ਉਹ ਆਪਣੀ ਗੱਲ ਬੋਲ ਨਹੀਂ ਸਕਦੀਆਂ, ਰੋਟੀ ਪਾਣੀ ਦੀ ਸਮੱਸਿਆ ਆ, ਨੌਕਰੀ ਛੱਡ ਨਹੀਂ ਸਕਦੀਆਂ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਮੈਂ ਡਿਪਟੀ ਕਮਾਂਡੈਂਟ ਮੇਜਰ ਰੈਂਕ ਦੇ ਬਰਾਬਰ ਆ, ਤੇ ਇੱਕ ਕਾਂਸਟੇਬਲ ਹੱਥ ਪਾ ਦਿੰਦਾ ਆ, ਤੇ ਜਿੱਥੇ ਸਿਚੁਏਸ਼ਨ ਪੁੱਠੀ ਹੋਵੇ, ਜਿੱਥੇ ਵਿਕਟਿਮ ਕਾਂਸਟੇਬਲ ਆ ਤੇ ਉੱਤੇ ਅਧਿਕਾਰੀ ਹੈ, ਤਾਂ ਮੈਨੂੰ ਨਹੀਂ ਲੱਗਦਾ ਇੱਥੇ ਜ਼ਿਆਦਾ ਸਾਨੂੰ ਇਮੇਜਿਨ ਕਰਨ ਦੀ ਲੋੜ ਹੈ। ਕਿਸ ਤਰ੍ਹਾਂ ਦੀ ਤੁਸੀਂ ਜਾਂਚ ਦੀ ਮੰਗ ਕਰਦੇ ਹੋ ਤੇ ਤੁਸੀਂ ਲਿਖ ਵੀ ਚੁੱਕੇ ਹੋ ਸਰੀਆਂ ਅਧਿਕਾਰੀਆਂ ਨੂੰ, ਕਿ ਲੱਗਦਾ ਤੁਹਾਨੂੰ ਵੀ ਇਸ ਤਰ੍ਹਾਂ ਇਨਸਾਫ ਮਿਲੇਗਾ? ਇਨਸਾਫ ਦੀ ਮੈਂ ਇਹ ਚਾਹਨੀ ਆ ਕਿ ਮੁਲਕ ਦੇ ਸਾਹਮਣੇ ਆਵੇ ਅੰਦਰ ਕੀ ਹੋ ਰਿਹਾ। ਮੈਨੂੰ ਇਹਨਾਂ ਤੋਂ ਹੁਣ ਕੁਝ ਚਾਹੀਦਾ ਨਹੀਂ, ਮੈਂ ਤਾਂ ਬਾਹਰ ਆ ਹੀ ਗਈ ਆ। ਮੈਂ ਸਿਰਫ ਇਹੀ ਗਵਰਨਮੈਂਟ ਆਫ ਇੰਡੀਆ ਨੂੰ ਕਹਿਣਾ ਚਾਹਨੀ ਆ ਕਿ ਇੱਕ ਇਨਕੁਆਇਰੀ ਇਸ ਕੇਸ 'ਚ ਕਰਾਉਣ ਕਿਸੇ ਇੰਡੀਪੈਂਡੈਂਟ ਬਾਹਰਲੀ ਏਜੰਸੀ ਤੋਂ। ਮੈਂ ਇੱਕ ਲੀਗਲ ਪ੍ਰੋਫੈਸ਼ਨਲ ਆ, ਮੈਂ ਬਿਨਾਂ ਐਵੀਡੈਂਸ ਤੋਂ ਗੱਲ ਨਹੀਂ ਕਰਦੀ। ਇਦਾਂ ਦੀ ਗੱਲ ਨਹੀਂ ਕਿ ਮੇਰੇ ਕੋਲ ਐਵੀਡੈਂਸ ਹੈ ਨਹੀਂ, ਪਰ ਉਹ ਸਾਰੇ ਆਫੀਸ਼ੀਅਲ ਡਾਕੂਮੈਂਟਸ ਹੈਗੇ ਆ। ਮੈਂ ਇਦਾਂ ਦਵਾਂ ਉਹ ਦੈਟ ਵੁੱਡ ਬੀ ਪ੍ਰੋਸੀਜਰਲੀ ਇਨਅਪਰੋਪਰੀਏਟ। ਸਰਕਾਰ ਇੱਕ ਚਾਹੇ ਕਮਿਸ਼ਨ ਬਿਠਾਵੇ, ਇੱਕ ਇਨਕੁਆਇਰੀ ਬਿਠਾਵੇ, ਜਿਹੜੀ ਫਿਰ ਉਸ ਰਿਕਾਰਡ ਨੂੰ ਸਮਨ ਕਰੇ, ਤੇ ਫਿਰ ਮੈਂ ਐਵੀਡੈਂਸ ਦੇ ਨਾਲ ਗੱਲ ਕਰਾਂ। ਮੈਂ ਤੁਹਾਨੂੰ ਇਹ ਗੱਲ ਅਸ਼ੋਰ ਕਰਦੀ ਹਾਂ ਕਿ ਵਟ ਆਈ ਐਮ ਟੈਲਿੰਗ ਯੂ ਇਜ਼ ਦੀ ਟਿਪ ਆਫ ਦੀ ਆਈਸਬਰਗ। ਇਹਦੇ ਥੱਲੋਂ ਬਹੁਤ ਕੁਝ ਨਿਕਲੂਗਾ। ਔਰ ਦੂਸਰਾ ਮੇਰੀ ਦਰਖਾਸਤ ਸਰਕਾਰ ਨੂੰ ਇਹ ਆ ਕਿ ਜਿਹੜੀਆਂ ਸਾਡੀਆਂ ਡਾਟਰਸ ਆ, ਸਾਡੀਆਂ ਧੀਆਂ ਭੈਣਾਂ, ਅਸੀਂ ਇਹਨੇ ਮਾਣ ਨਾ ਕਰਦਿਆਂ ਨੇ ਉਹਨਾਂ ਨੂੰ ਉੱਥੇ ਭੇਜਿਆ ਹੋਇਆ ਹੈ, ਇੱਕ ਡਿਸਕਰੀਟ ਇਨਕੁਆਇਰੀ ਕਰਾਉਣ ਤੇ ਉਹਨਾਂ ਦੀ ਹਾਲਤ ਉੱਥੇ ਦੇਖਣ। ਮੈਡਮ ਤੁਸੀਂ ਦੱਸਿਆ ਵੀ ਇਹ ਜਿਹੜੀ ਚੀਜ਼ ਹੈਗੀ ਉੱਥੇ ਹੀ ਦਬ ਕੇ ਰਹਿ ਜਾਂਦੀ ਆ, ਤੁਸੀਂ ਡਾਕੂਮੈਂਟ ਵੀ ਦੱਸਿਆ, ਉਹ ਫਿਰ ਕਿਵੇਂ ਬਾਹਰ ਆਏਗੀ? ਕਿਉਂਕਿ ਜਦ ਅੱਗ ਬੋਲਣਗੀ ਨਹੀਂ ਲੇਡੀ, ਤੁਸੀਂ ਤਾਂ ਹਿੰਮਤ ਕਰਕੇ ਬਾਹਰ ਆਏ ਆ, ਤਾਂ ਬੋਲਣਗੀ ਤਾਂ ਇੱਦਾਂ ਹੀ ਦਬੀ ਰਹਿ ਗਿਆ। ਮੈਂ ਇਸੇ ਕਰਕੇ ਬਾਹਰ ਆਈ ਹਾਂ ਜੀ, ਤਾਂ ਕਿ ਮੈਂ ਸਿਰਫ ਆਪਣੇ ਲਈ ਨਹੀਂ ਆਈ। ਮੈਂ ਤਾਂ ਰਿਜ਼ਾਈਨ ਦੇ ਦਿੱਤਾ ਸੀ, ਮੈਂ ਪ੍ਰੋਫੈਸ਼ਨਲ ਆ। ਮੈਂ ਰੱਬ ਨੇ ਚਾਹਿਆ, ਵਾਹਿਗੁਰੂ ਨੇ, ਤਾਂ ਆਪਣਾ ਕਿਤੇ ਟੇਬਲ ਲਾਵਾਂਗੇ ਤੇ ਰੋਟੀ ਖਾ ਲਵਾਂਗੇ। ਇਹ ਮੈਂ ਉਹਨਾਂ ਲੇਡੀਜ਼ ਕਰਕੇ ਹੀ ਆਈ ਹਾਂ। ਮੈਂ ਉਹਨਾਂ ਦੀ ਆਵਾਜ਼ ਬਣਨਾ ਚਾਹਨੀ ਹਾਂ ਔਰ ਉਹਨਾਂ ਦੀ ਇੱਕ ਇਨਸਪੀਰੇਸ਼ਨ ਬਣਨਾ ਚਾਹਨੀ ਹਾਂ। ਜੇ ਅੱਜ ਮੈਂ ਚੁੱਪ ਕਰ ਜਾਂਦੀ ਤੇ ਇਹ ਲੋਕ ਐਗਜ਼ਾਮਪਲ ਦਿੰਦੇ ਉਹਨਾਂ ਨੂੰ ਕਿ ਤੁਹਾਡੇ ਨਾਲ ਵੀ ਇਦਾਂ ਹੀ ਹੋਣਾ, ਫਿਰ ਝੋਲਾ ਪੈਕ ਕਰਕੇ ਤੁਹਾਨੂੰ ਘਰ ਨੂੰ ਜਾਣਾ ਪੈਣਾ ਆ। ਮੈਂ ਚਾਹਨੀ ਹਾਂ ਕਿ ਕਿਸੇ ਲੇਡੀ ਨਾਲ ਕੋਈ ਪੰਗਾ ਹੋਵੇ ਤਾਂ ਉਲਟਾ ਐਗਜ਼ਾਮਪਲ ਦੇਵੇ ਕਿ ਫਿਰ ਜਿੱਦਾਂ ਤੁਹਾਡੇ ਨਾਲ ਮੈਡਮ ਨੇ ਕੀਤੀ ਸੀ, ਇਹ ਉਦਾਂ ਹੋਊਗਾ। ਮੈਡਮ ਕਿੰਨੇ ਹੋਣਗੇ ਜਿਹੜੇ ਲੇਡੀ ਨੇ ਸ਼ਿਕਾਇਤ ਦਿੱਤੀ ਹੋਗੀ, ਜਿਹੜੇ ਸਾਹਮਣੇ ਤੁਸੀਂ ਤਾਂ ਚਲੋ ਸਾਹਮਣੇ ਆ ਗਏ, ਕਿਸੇ ਲੇਡੀ ਵੱਲੋਂ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਹੈ ਜਾਂ ਇਸ ਤਰ੍ਹਾਂ ਜਿਸ ਤਰੀਕੇ ਨਾਲ ਉਹਨਾਂ ਨਾਲ ਇਨਸਲਟ ਹੋਈ ਹੈ? ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਸਾਡੇ ਉੱਤੇ ਅਸੀਂ ਫੌਜੀ ਆ, ਇੱਕ ਪਾਰਟਿਕੂਲਰ ਐਕਟ ਲਾਗੂ ਹੁੰਦਾ ਹੈ। ਅਸੀਂ ਵੀ ਆਰ ਨਾਟ ਦੀ ਮੈਂਬਰਸ ਆਫ ਦੀ ਫੋਰਸ ਆਰ ਨਾਟ ਸਿਵਿਲੀਅਨਸ, ਦੇ ਆਰ ਗਵਰਨਡ ਬਾਈ ਅ ਪਾਰਟਿਕੂਲਰ ਐਕਟ। ਉਹਦੇ ਵਿੱਚ ਇਹਨਾਂ ਕੋਲ ਬਹੁਤ ਪਾਵਰ ਆ, ਇਹ ਆਪਣੇ ਹਿਸਾਬ ਨਾਲ ਇਨਕੁਆਇਰੀ ਕਰਕੇ ਕਰਦੇ ਆ, ਇੱਕ ਸ਼ੈਮ ਜੀ ਇਨਕੁਆਇਰੀ ਜਿੱਦਾਂ ਦੀ ਮੈਨੂੰ ਵੀ ਕਹਿ ਰਹੇ ਸੀ ਲਾ ਦੇਵਾਂਗੇ ਕਰਕੇ, ਉਹ ਕਾਗਜ਼ਾਂ 'ਚ ਹੀ ਗੱਲ ਦੱਬ ਦਿੰਦੇ ਆ। ਔਰ ਦੂਜੀ ਗੱਲ ਇਹ ਹੈ ਕਿ ਇਹਨਾਂ ਦੇ ਅੰਦਰ ਕੋਰਟਸ ਵੀ ਹੈਗੀਆਂ ਆ, ਤੁਹਾਨੂੰ ਮੈਂ ਦੱਸਿਆ ਫੋਰਸ ਕੋਰਟ। ਬਾਹਰਲੀ ਕੋਰਟ ਦੇ ਵਿੱਚ ਕੀ ਹੈ, ਤੁਸੀਂ ਅਪੀਲ 'ਚ ਜਾਂਦੇ ਹੋ, ਥੱਲੜੀ ਤੋਂ ਤੁਸੀਂ ਸੈਸ਼ਨ ਦੇ ਜਾਂਦੇ ਹੋ, ਸੈਸ਼ਨ ਤੋਂ ਹਾਈ ਕੋਰਟ ਜਾਂਦੇ ਹੋ, ਸੁਪਰੀਮ ਕੋਰਟ ਜਾਂਦੇ ਹੋ। ਇਹਨਾਂ ਦੀ ਅਪੀਲ ਕੋਈ ਨਹੀਂ ਗੀ। ਆਰਟੀਏ 'ਚ ਤੁਸੀਂ ਇਹਨਾਂ ਤੋਂ ਕਾਗਜ਼ ਕੋਈ ਨਹੀਂ ਮੰਗ ਸਕਦੇ। ਇਸ ਕਰਕੇ ਦੇ ਹੈਵ 3 ਪਾਵਰਸ, ਉਹਨਾਂ ਦਾ ਹੀ ਇਹ ਮਿਸਯੂਜ਼ ਕਰਦੇ ਆ। ਤੇ ਫਿਰ ਇਦਾਂ ਦੀ ਕੇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਉਹ ਵਿਚਾਰੇ ਲੋਅਰ ਰੰਗਸ 'ਚ ਬੰਦੇ ਹੈਗੇ ਆ, ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ ਲੀਗਲ ਜਿਹੜੇ ਜੱਜ, ਅਟਾਰਨੀ ਜਨਰਲ ਬ੍ਰਾਂਚ ਨੇ, ਸਾਡੇ ਵਰਗਿਆਂ ਨੇ। ਆਪਾਂ ਆਵਾਜ਼ ਉਠਾਈ ਤੇ ਸਾਡੇ ਨਾਲ ਕੀ ਹੋਇਆ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਤੁਸੀਂ ਆਵਾਜ਼ ਉਠਾਈ ਹੈ, ਹੁਣ ਦੇਖੋ ਹਰ ਇੱਕ ਕਹਿੰਦਾ ਕਿ ਲੜਕੀਆਂ ਜਾਣ, ਹਰ ਇੱਕ ਫੀਲਡ 'ਚ ਜਾਣ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਇਹ ਹੋ ਰਿਹਾ, ਕਿ ਲੱਗਦਾ ਤੁਹਾਨੂੰ ਵੀ ਇਹ ਪੇਰੈਂਟਸ ਭੇਜਣਗੇ ਲੜਕੀਆਂ ਨੂੰ ਇਸ ਫੀਲਡ 'ਚ? ਇਦਾਂ ਹੈ ਜੀ, ਮੈਂ ਆਪ ਵੀ ਇੱਕ ਬੇਟੀ ਦੀ ਮਾਂ ਆ। ਮੈਨੂੰ ਇਦਾਂ ਲੱਗਦਾ ਹੈ ਕਿ ਐਜ਼ ਅ ਪੈਰੈਂਟ ਮੇਰੀ ਇਹ ਰਿਕੁਐਸਟ ਆ ਪੂਰੇ ਸਮਾਜ ਨੂੰ, ਇਹ ਲੜਾਈ ਮੇਰੀ ਇਕੱਲੀ ਦੀ ਨਹੀਂ, ਸਾਡੇ ਸਾਰੇ ਸਮਾਜ ਦੀ ਆ। ਅਸੀਂ ਆਪਣੀ ਬੇਟੀ ਨੂੰ ਡਾਕਟਰ ਬਣਾ ਦਈਏ, ਇੰਜੀਨੀਅਰ ਬਣਾ ਦਈਏ, ਪਾਇਲਟ ਬਣਾ ਦਈਏ, ਇਹਦਾ ਕੋਈ ਫਾਇਦਾ ਨਹੀਂਗਾ ਜਦ ਤੱਕ ਸੋਸਾਇਟੀ ਇਜ਼ ਨਾਟ ਰੈਡੀ ਟੂ ਐਕਸੈਪਟ ਅਸ। ਮੈਂ ਜਿੱਦਣ ਵਰਦੀ ਪਾਉਂਦੀ ਸੀ, ਮੈਂ ਕਦੀ ਆਪਣੇ ਆਪ ਨੂੰ ਵਰਦੀ ਪਾ ਕੇ ਇੱਕ ਲੇਡੀ ਨਹੀਂ ਸੀ ਸਮਝਿਆ। ਮੈਨੂੰ ਲੱਗਦਾ ਸੀ ਆਈ ਐਮ ਐਨ ਆਫਿਸਰ ਆਫ ਦੀ ਫੋਰਸ ਐਂਡ ਆਈ ਐਮ ਜੈਂਡਰਲੈਸ। ਪਰ ਸੋਸਾਇਟੀ ਇਜ਼ ਨਾਟ ਯੈਟ ਰੈਡੀ। ਮੈਨੂੰ ਉਹ ਬੰਦੇ ਨੂੰ ਮੇਰੇ ਰੈਂਕ ਨਹੀਂ ਦਿਖੇ। ਰੈਂਕ ਜਿਹੜਾ ਹੁੰਦਾ ਤੁਹਾਡੇ ਮੋਢੇ ਤੇ ਲੱਗਾ, ਦੈਟ ਇਜ਼ ਦੀ ਪਾਵਰ ਆਫ ਸਟੇਟ। ਉਹ ਸਟੇਟ ਦੀ ਨਿਸ਼ਾਨੀ ਹੈ। ਉਹਨੂੰ ਮੇਰੇ ਅੰਦਰ ਜਾਂ ਡਾਕਟਰ ਦੇ ਉੱਤੇ ਰੈਂਕ ਨਹੀਂ ਦਿਖੇ, ਉਹਨੂੰ ਇੱਕ ਔਰਤ ਦਿਖੀ। ਤੇ ਇਹ ਜਿਹੜੀ ਜਦ ਤੱਕ ਸੋਚ ਨਹੀਂ ਬਦਲਦੀ, ਮੈਨੂੰ ਨਹੀਂ ਲੱਗਦਾ ਸਾਨੂੰ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਕੇ, ਉਹ ਤਾਂ ਜ਼ਿਆਦਾ ਵਲਨਰੇਬਲ ਸਿਚੁਏਸ਼ਨ ਦੇ ਵਿੱਚ ਭੇਜਣ ਵਾਲੀ ਗੱਲ ਹੋ ਜਾਂਦੀ ਹੈ। ਸੋ ਵੀ ਨੀਡ ਟੂ ਸੈਟ ਥੀਸ ਥਿੰਗਸ ਰਾਈਟ ਫਸਟ। ਥੈਂਕ ਯੂ ਸੋ ਮਚ। ਸੋ ਬੜੇ ਸੀਰੀਅਸ ਐਲੀਗੇਸ਼ਨ ਲਗਾਏ ਨੇ ਤੇ ਇਹਨਾਂ ਨੇ ਡਿਮਾਂਡ ਕੀਤੀ ਹੈ ਸਰਕਾਰ ਤੋਂ, ਕੇਂਦਰ ਸਰਕਾਰ ਤੋਂ, ਕਿ ਇਸ ਮਾਮਲੇ ਨੂੰ ਜਿਹੜੀ ਹੈਗੀ ਜਾਂਚ ਕਰਕੇ ਜਿਹੜੀ ਸੱਚਾਈ ਸਾਹਮਣੇ ਲਿਆਂਦੀ ਜਾਵੇ। ਕੈਮਰਾਮੈਨ ਸੁਰੇਸ਼ ਦੇ ਨਾਲ ਦਲਜੀਤ ਸਿੰਘ, PTC ਨਿਊਜ਼, ਚੰਡੀਗੜ੍ਹ।